ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ 7ਵੀਂ ਪੌੜੀ ਇੱਥੋਂ ਸ਼ੁਰੂ ਹੁੰਦੀ ਹੈ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਮਨੁੱਖ ਦੀ ਬੁਨਿਆਦੀ ਲਾਲਸਾ ਦਾ ਜ਼ਿਕਰ ਕਰਦੇ ਨੇ, ਚਾਹਤ ਦਾ, ਖਵਾਹਿਸ਼ ਦਾ। ਗਹਿਰੇ ਤਲ ਵਿੱਚ ਜੀਵਨ ਦੀ ਆਸ ਮਨੁੱਖ ਦੇ ਵਿੱਚ ਬਹੁਤ ਪ੍ਰਬਲ ਹੈ। ਜੀਵਨ ਦੀ ਲਾਲਸਾ ਬਹੁਤ ਪ੍ਰਬਲ ਹੈ। ਕਿਸੇ ਮਾਸੂਮ ਬੱਚੇ ਨੂੰ ਜਦ ਕੋਈ ਬਜ਼ੁਰਗ ਅਸ਼ੀਸ਼ ਵੀ ਦਿੰਦਾ ਹੈ ਤਾਂ ਇਹੀ ਕਹਿੰਦਾ ਹੈ, ਤੇਰੀ ਉਮਰ ਬਹੁਤ ਵੱਡੀ ਹੋਵੇ, ਤੂੰ 1000 ਸਾਲ ਤੱਕ ਜੀਵੇਂ। ਔਰ ਇਹ ਹਕੀਕਤ ਹੈ, ਜਿਤਨੀ ਪ੍ਰਬਲ ਜੀਵਨ ਦੀ ਲਾਲਸਾ ਹੋਵੇਗੀ ਉਤਨਾ ਹੀ ਪ੍ਰਬਲ ਮਰਨ ਦਾ ਭੈ ਹੋਵੇਗਾ। ਜ਼ਿਆਦਾ ਜੀਵਨਾ ਕੋਈ ਖਾਸ ਮਾਇਨੇ ਨਹੀਂ ਰੱਖਦਾ। ਸਫਲ ਜੀਵਨ ਬਿਤਾਨਾ ਧਰਮ ਦਾ ਮੂਲ ਉਪਦੇਸ਼ ਹੈ। ਬਹੁਤ ਵੱਡੀ ਉਮਰ ਭੋਗਣਾ ਕੋਈ ਅਸੀਸ ਨਹੀਂ ਹੈ। ਪ੍ਰਿਥਵੀ ਦੇ ਉੱਤੇ ਐਸੇ ਦਰਖਤ ਖੜੇ ਨੇ ਜਿਨ੍ਹਾਂ ਦੀ ਉਮਰ 2000 ਸਾਲ ਤੋਂ ਕਿਤੇ ਜ਼ਿਆਦਾ ਹੈ। ਅਜਗਰ ਸੱਪ ਵੀ ਬਹੁਤ ਲੰਬੀ ਉਮਰ ਰੱਖਦਾ ਹੈ। ਜੀਵਨ ਦੀ ਚੂੰਕਿ ਪਹਿਲੀ ਲਾਲਸਾ ਵੱਡੀ ਉਮਰ ਹੈ ਤੇ ਰੋਗਾਂ ਵਿੱਚ ਗ੍ਰਸਿਆ ਹੋਇਆ ਮਨੁੱਖ, ਜਿਹਦਾ ਦਿਨ ਰਾਤ ਰੋਗਾਂ ਦੀ ਪੀੜਾ ਵਿੱਚ ਬਤੀਤ ਹੋ ਰਿਹਾ ਹੈ, ਉਹ ਵੀ ਜੀਵਨਾ ਚਾਹੁੰਦਾ ਹੈ। ਬੁੱਢਾ ਹੋ ਗਿਆ ਹੈ, ਹੱਡੀਆਂ ਦਾ ਢਾਂਚਾ ਹੋ ਗਿਆ ਹੈ, ਚੱਲਣ ਦੀ ਸਮਰੱਥਾ ਨਹੀਂ ਰਹੀ, ਸੁਣਨ ਦੀ ਸਮਰੱਥਾ ਨਹੀਂ ਰਹੀ, ਸੋਚ ਸ਼ਕਤੀ ਵੀ ਨਹੀਂ ਰਹੀ, ਪਰ ਜੀਵਨਾ ਚਾਹੁੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, 500 ਵਰੇ ਜੀਵਨਾ ਜਾਂ 1000 ਵਰੇ ਜੀਵਨਾ ਕੋਈ ਵੱਡੀ ਗੱਲ ਨਹੀਂ। ਕੋਈ ਜੀਵੇ 4 ਯੁੱਗਾਂ ਤੱਕ, ਕਿਸੇ ਨੂੰ ਇਤਨੀ ਲੰਮੀ ਉਮਰ ਪ੍ਰਾਪਤ ਹੋ ਜਾਏ। ਇੱਕ ਯੁੱਗ ਲੱਖ ਸਾਲਾਂ ਦੀ ਉਮਰ ਦਾ ਹੈ। ਹੁਣ 4 ਯੁੱਗਾਂ ਦੀ ਉਮਰ ਤਾਂ ਕਾਫੀ ਬਣਦੀ ਹੈ। ਸਤਿਗੁਰ ਦੇਵ ਮਹਾਰਾਜ ਕਹਿੰਦੇ ਨੇ ਹੋਰ 10 ਗੁਣਾ ਵੱਧ ਜਾਏ, ਇਤਨੀ ਲੰਬੀ ਉਮਰ ਹੋਵੇ। ਫਿਰ ਉਸ ਤੋਂ ਅੱਗੇ ਪੌੜੀ ਵਿੱਚ ਬਿਆਨ ਕਰਦੇ ਨੇ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਈ। ਦੂਸਰੀ ਲਾਲਸਾ ਜੇ ਕੋਈ ਬੰਦਾ ਰੱਖਦਾ ਹੈ ਤੇ ਉਹ ਇਹ ਹੈ ਕਿ ਮੈਨੂੰ ਹਰ ਕੋਈ ਚੰਗਾ ਚੰਗਾ ਆਖੇ, ਮਹਾਨ ਆਖੇ, ਹਰ ਬੰਦੇ ਦੀ ਜ਼ੁਬਾਨ ਉੱਤੇ ਮੇਰੀ ਉਪਮਾ ਹੋਵੇ, ਮੇਰੀ ਤਾਰੀਫ ਹੋਵੇ। ਮਨੁੱਖ ਦੀ ਬੁਨਿਆਦੀ ਭੁੱਖਾਂ ਵਿੱਚੋਂ ਇਹ ਵੀ ਇੱਕ ਭੁੱਖ ਹੈ। ਜਿੱਥੇ ਬਹੁਤ ਲੰਮੀ ਉਮਰ ਭੋਗਣਾ ਚਾਹੁੰਦਾ ਹੈ, ਉੱਥੇ ਇਹ ਵੀ ਚਾਹੁੰਦਾ ਹੈ ਕਿ ਹਰ ਇੱਕ ਦੀ ਰਸਨਾ 'ਤੇ ਮੇਰਾ ਜ਼ਿਕਰ ਹੋਵੇ, ਹਰ ਇੱਕ ਜ਼ੁਬਾਨ ਮੇਰੀ ਤਾਰੀਫ ਕਰੇ, ਮੇਰੀ ਉਪਮਾ ਦੇ ਪੁਲ ਬੰਨੇ। ਹੁਣ ਕਿਸੇ ਦੀ ਵਾਫਕੀਅਤ ਤੇ ਆਪਣੇ ਘਰ ਵਿੱਚ ਹੀ ਹੁੰਦੀ ਹੈ, ਘਰ ਦੇ ਵਿੱਚ ਹੀ ਜਾਣਦੇ ਨੇ ਉਸ ਨੂੰ। ਇਸ ਤੋਂ ਜ਼ਿਆਦਾ ਕਿਸੇ ਨੂੰ ਕੁਛ ਨਹੀਂ ਪਤਾ। ਕੁਛ ਇੱਕ ਨੂੰ ਮੁਹੱਲੇ ਵਾਲੇ ਵੀ ਜਾਣਦੇ ਨੇ। ਕਈ ਦਫਾ ਇਸ ਤੋਂ ਜ਼ਿਆਦਾ ਸਮਰੱਥਾ ਬਣ ਜਾਂਦਾ ਹੈ ਤਾਂ ਜਿਸ ਸ਼ਹਿਰ ਵਿੱਚ ਰਹਿੰਦਾ ਹੈ, ਸਾਰੇ ਸ਼ਹਿਰ ਵਾਸੀ ਉਸ ਨੂੰ ਜਾਣਦੇ ਨੇ। ਕਈ ਵਾਰੀ ਸਾਰੇ ਦੇਸ਼ ਵਾਸੀ ਜਾਣਦੇ ਨੇ ਤੇ ਕਈ ਵਾਰੀ ਸੰਸਾਰ ਉਸ ਨੂੰ ਜਾਣਦਾ ਹੈ। ਇਤਨੀ ਉਸਦੀ ਪ੍ਰਤਿਸ਼ਠਾ ਹੋ ਜਾਂਦੀ ਹੈ, ਸਾਰੇ ਸੰਸਾਰ ਵਿੱਚ ਗੱਲ ਚੱਲਦੀ ਹੈ ਉਹਦੀ। ਪਾਤਸ਼ਾਹ ਕਹਿੰਦੇ ਨੇ, ਇੰਨੀ ਨਾ ਹੋਵੇ, ਉਸਦੀ ਉਮਰ ਬਹੁਤ ਲੰਬੀ ਹੋਵੇ ਤੇ 9 ਖੰਡ ਪ੍ਰਿਥਵੀ ਵਿੱਚ ਜਾਣਿਆ ਵੀ ਜਾਏ। ਫਿਰ ਇੱਥੇ ਹੀ ਬਸ ਨਾ ਹੋਵੇ, ਅੱਗੇ ਸਾਹਿਬ ਕਹਿੰਦੇ ਨੇ, ਨਾਲ ਚਲੇ ਸਭ ਕੋਈ। ਉਹ ਜਿਸ ਪਾਸੇ ਜਾਵੇ ਉਹਦੇ ਨਾਲ ਹਾਮੀ ਭਰਨ ਵਾਲੇ ਸਾਰੇ ਹੀ ਜਾਵਣ। ਮਜਾਲ ਹੈ ਕੋਈ ਇਨਕਾਰ ਕਰ ਜਾਏ, ਕੋਈ ਸਾਹਮਣੇ ਖੜਾ ਹੋ ਜਾਏ, ਉਹਦੇ ਨਕਸ਼ੇ ਕਦਮ ਤੇ ਚੱਲਣ ਵਾਲੇ ਸਾਰੇ ਹੀ ਹੋਵਣ। ਜਿੱਧਰ ਉਹ ਚੱਲੇ ਜਗਤ ਉਸ ਪਾਸੇ ਚੱਲੇ, ਜੋ ਕੁਝ ਉਹ ਬੋਲੇ ਜਗਤ ਉਹੀ ਕੁਝ ਕਰੇ। ਇਤਨੀ ਵੱਡੀ ਸਮਰੱਥਾ ਦਾ ਮਾਲਿਕ ਹੋ ਜਾਏ। ਪਾਤਸ਼ਾਹ ਕਹਿੰਦੇ ਨੇ ਫੇਰ ਵੀ ਹੋਰ ਵੀ ਉਸਦੇ ਕੋਲ ਖੂਬੀਆਂ ਹੋਵਣ। ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗ ਲੇ। ਇਤਨਾ ਉਸਦਾ ਨਾਮ ਚੰਗਾ ਹੋ ਜਾਏ ਕਿ ਸੰਸਾਰ ਦੀ ਹਰ ਜ਼ੁਬਾਨ 'ਤੇ ਉਸਦੀ ਕੀਰਤੀ ਹੋਵੇ, ਉਸਦਾ ਜਸ ਹੋਵੇ, ਮਹਿਮਾ ਹੋਵੇ। ਮਹਾਰਾਜ ਕਹਿੰਦੇ ਨੇ, ਇਤਨੀਆਂ ਖੂਬੀਆਂ ਹੋ ਕੇ ਵੀ ਕੋਈ ਮਾਲਕ ਬਣ ਵੀ ਜਾਏ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕੇ। ਜੇ ਪਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਤਾਂ ਅੱਗੇ ਕਿਸੇ ਨੇ ਗੱਲ ਨਹੀਂ ਪੁੱਛਣੀ। ਭਾਵ ਜੀਵਨ ਵਿਅਰਥ ਚਲਾ ਗਿਆ। ਮਨੁੱਖਾਂ ਦੀ ਨਜ਼ਰ ਤੋਂ ਉੱਚਾ ਉੱਠਣਾ ਆਸਾਨ ਹੈ, ਪਰਮਾਤਮਾ ਦੀ ਨਿਗਾਹ ਦੇ ਥੱਲੇ ਆ ਜਾਣਾ ਔਖਾ ਹੈ, ਕਠਿਨ ਹੈ। ਜੀਵਨ ਦੀ ਪ੍ਰਬਲ ਇੱਛਾ ਇਸ ਗੱਲ ਦਾ ਸਬੂਤ ਹੈ ਕਿ ਜੀਵਨ ਵਿੱਚ ਕੋਈ ਪੂਰਨਤਾ ਪ੍ਰਾਪਤ ਨਹੀਂ ਹੋਈ। ਕਿਉਂਕਿ ਜਿਹਨੂੰ ਪੂਰਨਤਾ ਪ੍ਰਾਪਤ ਹੋ ਜਾਂਦੀ ਹੈ, ਜੀਵਨ ਦੀ ਲਾਲਸਾ ਖਤਮ ਹੋ ਜਾਂਦੀ ਹੈ ਉਸਦੀ। ਉਸ ਦਿਨ ਪੂਰਨਤਾ ਪ੍ਰਾਪਤ ਹੋ ਜਾਂਦੀ ਹੈ, ਮਰਨ ਦਾ ਭੈ ਵੀ ਖਤਮ ਹੋ ਜਾਂਦਾ ਹੈ।
ਬੰਦੇ ਵਿੱਚ ਭੈ ਵੀ ਮਰਨ ਦਾ ਹੀ ਹੈ, ਹੋਰ ਕੋਈ ਨਹੀਂ। ਮਨੁੱਖ ਜਦ ਵੀ ਡਰਦਾ ਹੈ ਤੇ ਮੌਤ ਤੋਂ ਡਰਦਾ ਹੈ। ਸਭ ਤੋਂ ਬੰਦਾ ਨਹੀਂ ਡਰਦਾ। ਸਰਪ ਦੇ ਅੰਦਰ ਛੁਪੀ ਹੋਈ ਉਸ ਦੀ ਮੌਤ ਦਿਖਾਈ ਦਿੰਦੀ ਹੈ, ਉਸ ਤੋਂ ਡਰਦਾ ਹੈ। ਮਨੁੱਖ ਸ਼ੇਰ ਤੋਂ ਨਹੀਂ ਡਰਦਾ, ਸ਼ੇਰ ਦੇ ਅੰਦਰ ਉਸ ਨੂੰ ਆਪਣੀ ਮੌਤ ਦਿਖਾਈ ਦਿੰਦੀ ਹੈ। ਮੌਤ ਦਾ ਡਰ ਮਨੁੱਖ ਦੇ ਰੋਮ ਰੋਮ ਵਿੱਚ ਵਿਆਪਕ ਹੈ। ਇਸ ਵਾਸਤੇ ਸਿਆਣੇ ਕਹਿੰਦੇ ਨੇ, ਧਰਮ ਦੀ ਮੂਲ ਸਿੱਖਿਆ ਇਨ੍ਹਾਂ ਹੀ ਦੋ ਗੱਲਾਂ 'ਤੇ ਖੜੀ ਹੈ ਕਿ ਜੀਵਨ ਦੀ ਲਾਲਸਾ ਤੋਂ ਉੱਤੇ ਹੋ ਜਾਣਾ ਤੇ ਮਰਨ ਦੇ ਭੈ ਤੋਂ ਰਹਿਤ ਹੋ ਜਾਣਾ। ਮੌਤ ਸ਼ਾਸਤਰਕਾਰਾਂ ਨੇ ਕਈ ਤਰ੍ਹਾਂ ਦੀ ਮੰਨੀ ਹੈ। ਆਰਥਿਕ ਮੌਤ, ਰਾਜਨੀਤਿਕ ਮੌਤ, ਸਮਾਜਿਕ ਮੌਤ, ਧਾਰਮਿਕ ਮੌਤ, ਸਰੀਰਕ ਮੌਤ, ਬੌਧਿਕ ਮੌਤ। ਆਰਥਿਕ ਮੌਤ ਕੀ ਹੁੰਦੀ ਹੈ ਕਿ ਦਿਵਾਲੀਆ ਹੋ ਗਿਆ ਹੈ ਬੰਦਾ, ਬਾਲ ਕਰਜ਼ਾਈ ਹੋ ਗਿਆ ਹੈ, ਦੇਣਾ ਸਾਰਿਆਂ ਦਾ ਹੈ, ਲੈਣਾ ਕਿਸੇ ਕੋਲੋਂ ਨਹੀਂ। ਇਸ ਦੀ ਆਰਥਿਕ ਤੌਰ 'ਤੇ ਮੌਤ ਹੋ ਗਈ ਹੈ, ਖਤਮ ਹੋ ਗਿਆ ਹੈ। ਧਨ ਦੀ ਦੁਨੀਆ, ਅਰਥ ਦੀ ਦੁਨੀਆ ਵਿੱਚ ਇਹ ਖਤਮ ਹੋ ਚੁੱਕਾ ਹੈ। ਸਮਾਜਿਕ ਮੌਤ ਕੀ ਹੁੰਦੀ ਹੈ? ਕੋਈ ਕਲੰਕ ਲੱਗ ਗਿਆ ਹੈ, ਕੋਈ ਦਾਗ ਲੱਗ ਗਿਆ ਹੈ, ਜਗਤ ਵਿੱਚ ਅਪਜਸ ਹੋ ਗਿਆ ਹੈ ਤੇ ਚਰਚਾ ਚੱਲ ਪੈਂਦੀ ਹੈ ਕਿ ਇਸ ਬੰਦੇ ਦੀ ਸਮਾਜਿਕ ਮੌਤ ਹੋ ਗਈ ਹੈ। ਮੁੜ ਕੇ ਇਸ ਦੀ ਪ੍ਰਤਿਸ਼ਠਾ ਬਣ ਸਕੇ, ਇਸ ਦੀ ਇੱਜ਼ਤ ਵਡਿਆਈ ਬਣ ਸਕੇ, ਗੱਲ ਔਖੀ ਹੈ। ਜਿਸ ਤਰ੍ਹਾਂ ਮੁਰਦਾ ਜਿੰਦਾ ਨਹੀਂ ਹੋ ਸਕਦਾ, ਇਸ ਢੰਗ ਦੀ ਵੀ ਸਮਾਜਿਕ ਤੌਰ 'ਤੇ ਮੌਤ ਹੋ ਜਾਂਦੀ ਹੈ। ਮੁੜ ਕੇ ਸਮਾਜ ਵਿੱਚ ਰੁਤਬਾ ਪ੍ਰਾਪਤ ਕਰਨਾ ਔਖਾ ਹੋ ਜਾਂਦਾ ਹੈ। ਬੌਧਿਕ ਮੌਤ ਕੀ ਹੁੰਦੀ ਹੈ? ਬੁੱਧੀ ਵਿੱਚ ਵਿਚਾਰਾਂ ਦੀ ਸ਼ਕਤੀ ਖਤਮ ਹੋ ਜਾਏ, ਆਉਂਦੇ ਹੋਏ ਵਿਚਾਰ ਰੁਕ ਗਏ, ਜੈਸੇ ਕਿ ਪਾਗਲ ਹੋ ਗਿਆ ਹੈ। ਇਹਦੀ ਬੌਧਿਕ ਤੌਰ 'ਤੇ ਮੌਤ ਹੈ। ਦਿਮਾਗੀ ਤੌਰ 'ਤੇ ਮਰ ਚੁੱਕਿਆ ਹੈ, ਸਰੀਰਕ ਤੌਰ 'ਤੇ ਜਿੰਦਾ ਹੈ ਲੇਕਿਨ ਬੌਧਿਕ ਤੌਰ 'ਤੇ ਮੁਰਦਾ ਹੈ, ਪਾਗਲ ਹੈ। ਉਹਦੇ ਕੋਲ ਸਰੀਰ ਦੀ ਜ਼ਿੰਦਗੀ ਤੇ ਹੈ, ਉਹਦੇ ਕੋਲ ਬੌਧਿਕ ਜੀਵਨ ਨਹੀਂ, ਉਹਦੇ ਕੋਲ ਦਿਮਾਗੀ ਜ਼ਿੰਦਗੀ ਨਹੀਂ ਹੈ। ਬੌਧਿਕ ਜ਼ਿੰਦਗੀ ਜਿੱਤੇ ਕੋਲ ਨਹੀਂ ਹੈ, ਉਹ ਤਾਂ ਮਨੁੱਖਤਾ ਤੋਂ ਵੀ ਨੀਚੇ ਚਲਾ ਜਾਂਦਾ ਹੈ, ਬਲਕਿ ਪਸ਼ੂਆਂ ਤੋਂ ਵੀ ਥੱਲੇ ਚਲਾ ਜਾਂਦਾ ਹੈ। ਦਰਿੰਦੇ ਪਸ਼ੂਆਂ ਤੋਂ ਕਈ ਵਾਰੀ ਡਰ ਲੱਗਦਾ ਹੈ, ਪਾਗਲ ਤੋਂ ਵੀ ਡਰ ਲੱਗਦਾ ਹੈ, ਕਿਉਂਕਿ ਬੌਧਿਕ ਤੌਰ 'ਤੇ ਮਰਿਆ ਹੋਇਆ ਹੈ, ਸਿਰਫ ਸਰੀਰਕ ਤੌਰ ਉੱਤੇ ਜੀ ਰਿਹਾ ਹੈ। ਭੈ ਮਰਨ ਦਾ ਹੈ। ਇਹ ਮਰਨ ਚਾਹੇ ਬੌਧਿਕ ਹੋਵੇ, ਸਰੀਰਕ ਹੋਵੇ, ਚਾਹੇ ਸਮਾਜਿਕ ਹੋਵੇ, ਆਰਥਿਕ ਹੋਵੇ, ਰਾਜਨੀਤਿਕ ਹੋਵੇ, ਇਹਨਾਂ ਵਿੱਚੋਂ ਕੋਈ ਵੀ ਮੌਤ ਹੋ ਜਾਵੇ, ਬੰਦਾ ਇਸ ਮੌਤ ਤੋਂ ਡਰਦਾ ਹੈ। ਇੱਕ ਮੌਤ ਹੁੰਦੀ ਹੈ ਜੀ ਧਾਰਮਿਕ ਮੌਤ, ਇੱਕ ਰੂਹਾਨੀ ਮੌਤ ਵੀ ਹੈ। ਮਹਾਰਾਜ ਉਸ ਦਾ ਜ਼ਿਕਰ ਕਰਦੇ ਨੇ, ਆਖਾਂ ਜੀਵਾਂ ਵਿਸਰੇ ਮਰ ਜਾਓ। ਹੇ ਅਕਾਲ ਪੁਰਖ, ਜਦ ਮੈਂ ਤੇਰੀ ਚਰਚਾ ਕਰਦਾ ਹਾਂ, ਤੇਰੀ ਉਸਤਤ ਕਰਦਾ ਹਾਂ, ਤੇਰੀ ਯਾਦ ਅੰਦਰ ਚੱਲਦੀ ਹੈ ਤਾਂ ਜਿੰਦਾ ਰਹਿੰਦਾ ਹਾਂ, ਜਦ ਨਹੀਂ ਅੰਦਰ ਯਾਦ ਚੱਲਦੀ ਤੇ ਮਰ ਜਾਂਦਾ ਹਾਂ। ਅਧਿਆਤਮਕ ਮੌਤ ਹੈ। ਸਰੀਰਕ ਤੌਰ 'ਤੇ ਮਨੁੱਖ ਜਿੰਦਾ ਹੋਵੇ, ਬੌਧਿਕ ਤੌਰ 'ਤੇ ਵੀ ਮਨੁੱਖ ਜਿੰਦਾ ਹੋਵੇ, ਪਰ ਪਰਮਾਤਮਾ ਦਾ ਚਿੰਤਨ ਨਾ ਹੋਵੇ ਤਾਂ ਸਤਿਪੁਰਖ ਕਹਿੰਦੇ ਨੇ ਇਹ ਰੂਹਾਨੀ ਤੌਰ 'ਤੇ ਮੁਰਦਾ ਹੈ। ਤੋ ਇੱਥੋਂ ਸਮਝ ਲੱਗੀ ਕਿ ਭੈ ਮੌਤ ਦਾ ਹੈ, ਚਾਹੇ ਮੌਤ ਕੋਈ ਵੀ ਹੋਵੇ, ਰਾਜਨੀਤਿਕ ਹੋਵੇ, ਸਮਾਜਿਕ ਹੋਵੇ, ਧਾਰਮਿਕ ਹੋਵੇ, ਸਰੀਰਕ ਹੋਵੇ, ਆਰਥਿਕ ਹੋਵੇ, ਭੈ ਮੌਤ ਤੋਂ ਹੀ ਲੱਗਦਾ ਹੈ। ਮੌਤ ਵਿੱਚ ਹੀ ਮਨੁੱਖ ਮਿਟਦਾ ਹੈ, ਲੇਕਿਨ ਮਨੁੱਖ ਖਤਮ ਹੋਣਾ ਨਹੀਂ ਚਾਹੁੰਦਾ। ਕਾਰਨ ਅਧੂਰਾ ਹੈ, ਅਗਰ ਪੂਰਨ ਹੋ ਜਾਏ ਤੇ ਫਿਰ ਮੌਤ ਆਨੰਦਦਾਇਕ ਬਣ ਜਾਂਦੀ ਹੈ। ਭਗਤ ਸਿਰਮੌਰ ਕਬੀਰ ਜੀ ਮਹਾਰਾਜ ਦਾ ਵਾਕ ਹੈ, ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਮੌਤ ਕਿਉਂ ਆਨੰਦਕ ਬਣ ਗਈ? ਕਿਉਂਕਿ ਜੀਵਨ ਦੀ ਲਾਲਸਾ ਨਹੀਂ ਰਹੀ। ਜੇ ਜੀਵਨ ਦੀ ਲਾਲਸਾ ਕਿਉਂ ਨਹੀਂ ਰਹੀ? ਕਿਉਂਕਿ ਜੀਵਨ ਦਾ ਜੋ ਲਕਸ਼ਯ ਸੀ ਉਹਦੀ ਪ੍ਰਾਪਤੀ ਹੋ ਗਈ, ਜੋ ਨਿਸ਼ਾਨਾ ਸੀ ਜੀਵਨ ਦਾ ਉਸ ਤੱਕ ਪਹੁੰਚ ਗਏ। ਜ਼ਿੰਦਗੀ ਦੀ ਜੋ ਮੰਜ਼ਿਲ ਸੀ ਉਹ ਪ੍ਰਾਪਤ ਹੋ ਗਈ। ਜਦ ਟਿਕਾਣਾ ਮਿਲ ਗਿਆ, ਘਰ ਤੱਕ ਪਹੁੰਚ ਗਏ, ਤੇ ਹੁਣ ਜਿਹੜਾ ਜੀਵਨਾ ਹੈ ਇਸ ਮਾਰਗ ਨੂੰ ਕੀ ਕਰੀਏ? ਘਰ ਪਹੁੰਚ ਕੇ ਮਨੁੱਖ ਮਾਰਗ ਤੋਂ ਕਿਨਾਰਾ ਹੋ ਜਾਂਦਾ ਹੈ, ਇੱਕ ਪਾਸੇ ਹੋ ਜਾਂਦਾ ਹੈ। ਜੀਵਨ ਵੀ ਤੇ ਇੱਕ ਮਾਰਗ ਹੀ ਹੈ। ਸੋ ਜਿਸ ਦਿਨ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਜੀਵਨ ਦੀ ਲਾਲਸਾ ਖਤਮ ਹੋ ਜਾਂਦੀ ਹੈ ਤੇ ਬੰਦਾ ਜੀਵਨ ਦੇ ਮਾਰਗ ਨੂੰ ਵੀ ਇੱਕ ਪਾਸੇ ਕਰ ਦਿੰਦਾ ਹੈ। ਤੇ ਜਿੱਥੇ ਜੀਵਨ ਦੀ ਲਾਲਸਾ ਖਤਮ, ਉੱਥੇ ਮਰਨ ਦਾ ਭੈ ਖਤਮ। ਸਾਹਿਬ ਕਹਿੰਦੇ ਨੇ, ਜੇ ਕਿਸੇ ਤਰ੍ਹਾਂ ਦੇ ਸਾਧਨ ਸਫਲ ਕਰਕੇ ਬੰਦਾ ਆਪਣੀ ਜ਼ਿੰਦਗੀ ਲੰਮੀ ਵੀ ਕਰ ਲਏ, ਜਿਵੇਂ ਕਿ ਕਈ ਲੋਕ ਦਵਾਈਆਂ ਵੀ ਬਣਾਉਂਦੇ ਨੇ ਜੀਵਨ ਲੰਮੇ ਕਰਨ ਵਾਸਤੇ। ਵੇਦ ਲੋਕ ਕੁਸਤੇ ਬਣਾਉਂਦੇ ਸਨ ਜਿਹਦੇ ਨਾਲ ਮਨੁੱਖ ਦੀ ਵੱਡੀ ਉਮਰ ਭੋਗ ਸਕੇ।
ਅਮਰ ਫਲ ਦੀਆਂ ਦਾਸਤਾਨਾਂ ਵੀ ਧਾਰਮਿਕ ਗ੍ਰੰਥਾਂ ਵਿੱਚ ਮਿਲਦੀਆਂ ਨੇ, ਜਿਹਨੂੰ ਖਾ ਕੇ ਬੰਦਾ ਅਮਰ ਹੋ ਜਾਂਦਾ ਹੈ। ਦੂਜੇ ਪਾਸੇ ਜੋਗੀ ਸਵਾਸਾਂ ਨੂੰ ਰੋਕ ਕੇ ਬੈਠੇ ਨੇ ਕਿ ਇਸ ਵਾਸਤੇ ਕਿ ਉਮਰ ਲੰਬੀ ਕਰਨੀ ਹੈ, ਜ਼ਿਆਦਾ ਜੀ ਲਈਏ, ਜੀਵਨ ਦੇ ਸਵਾਸ ਇਹ ਹੀ ਪੂੰਜੀ ਹੈ ਅਤੇ ਇਹਨੂੰ ਬਚਾ ਲਈਏ। ਪੂੰਜੀ ਨੂੰ ਹੁਣ ਮੰਨ ਲੈ ਜੀਵਨ ਦੀ ਜਿਹੜੀ ਹੈ ਜ਼ਮੀਨ 'ਚ ਜੇ ਕਿਸੇ ਪੂੰਜੀ ਨੂੰ ਅਸੀਂ ਦੱਬ ਦਈਏ ਅਤੇ ਉਹਦਾ ਕੀ ਫਾਇਦਾ ਹੈ? ਉਹ ਤਾਂ ਕਿਸੇ ਕੰਮ ਦੀ ਨਹੀਂ। ਇਹ ਠੀਕ ਹੈ ਪੂੰਜੀਪਤੀ ਉਹ ਮਨੁੱਖ ਬਣਿਆ ਰਹਿੰਦਾ ਹੈ, ਲੇਕਿਨ ਪੂੰਜੀ ਕਿਸੇ ਕੰਮ ਨਹੀਂ, ਨਾ ਕਿਸੇ ਦੇ ਕੰਮ ਆਈ ਨਾ ਆਪਣੇ ਕੰਮ ਆਈ। ਸਵਾਸਾਂ ਨੂੰ ਰੋਕ ਕੇ ਜੋ ਬੈਠ ਗਿਆ ਹੈ ਜੀਵਨ ਵਿਅਰਥ ਗਵਾ ਰਿਹਾ ਹੈ, ਸਮਾਂ ਵਿਅਰਥ ਜਾਇਆ ਕਰ ਰਿਹਾ ਹੈ। ਲੇਕਿਨ ਲੰਬੀ ਜ਼ਿੰਦਗੀ ਭੋਗਣ ਦੀ ਲਾਲਸਾ ਇਸ ਤਰ੍ਹਾਂ ਦੀ ਸਾਧਨ ਕਰਨ 'ਤੇ ਮਜਬੂਰ ਕਰਦੀ ਹੈ। ਹੁਣ ਸਾਹਿਬ ਕਹਿੰਦੇ ਨੇ ਜੇ ਕਿਸੇ ਤਰ੍ਹਾਂ ਇਹ ਸਾਧਨ ਸਫਲ ਵੀ ਹੋ ਜਾਏ ਔਰ ਇਤਨਾ ਜੀਵੇ ਕਿ ਜਿਤਨੇ 4 ਯੁੱਗਾਂ ਨੇ ਹੋਰ ਜਾਂ ਉਸ ਤੋਂ 10 ਗੁਣਾ ਵੱਧ ਕੇ ਵੀ ਜੀਵੇ ਤੇ ਫਿਰ ਵੀ ਕੀ ਹੋਏਗਾ? ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਤਰੇ। ਕੀੜਿਆਂ ਵਿੱਚੋਂ ਨਖਿੱਧ ਕੀੜਾ ਹੈ ਵਿਸ਼ਠਾ ਦਾ ਕੀੜਾ। ਪਾਤਸ਼ਾਹ ਕਹਿੰਦੇ ਨੇ ਕੋਈ ਇਤਨੀ ਮਹਿਮਾ ਦਾ ਮਾਲਕ ਹੋਵੇ ਕਿ ਉਹਦਾ ਸਾਰੇ ਜੱਗ ਵਿੱਚ ਨਾਮ ਵੀ ਬੜਾ ਹੋਵੇ, ਉਮਰ ਵੀ ਬੜੀ ਲੰਮੀ ਹੋਵੇ ਤੇ ਸਾਰੇ ਲੋਕ ਉਹਨੂੰ ਜਾਣਦੇ ਵੀ ਹੋਵਣ, ਤੇ ਜੇ ਪਰਮਾਤਮਾ ਦੀ ਨਿਗਾਹ ਥੱਲੇ ਨਹੀਂ ਆਇਆ, ਸਾਹਿਬ ਕਹਿੰਦੇ ਨੇ ਉਹ ਕੀੜਿਆਂ ਵਿੱਚੋਂ ਐਸਾ ਕੀੜਾ ਬਣੇਗਾ ਜੋ ਵਿਸ਼ਟਾ ਦਾ ਕੀੜਾ ਹੈ। ਇਸ ਦੋਸ਼ੀ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਆਇਦ ਹੋਣਗੇ ਕਿ ਤੂੰ ਮਨੁੱਖ ਦੀ ਨਜ਼ਰਾਂ ਤੋਂ ਉੱਠਣ ਦੀ ਕੋਸ਼ਿਸ਼ ਕੀਤੀ ਪਰ ਪਰਮਾਤਮਾ ਦੀ ਨਿਗਾਹ ਥੱਲੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ। ਤੂੰ ਝੂਠਾ ਸਨਮਾਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ, ਤੂੰ ਸੱਚੀ ਮਾਨ ਵਡਿਆਈ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਅੰਜਾਮ ਕੀ ਹੋਇਆ? ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਤਰੇ। ਅੱਗੇ ਪਾਤਸ਼ਾਹ ਕਹਿੰਦੇ ਨੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਪਰਮਾਤਮਾ ਕਿਸੇ ਵਾਸਤੇ ਵੀ ਦੁਆਰ ਹਮੇਸ਼ਾ ਲਈ ਬੰਦ ਨਹੀਂ ਕਰਦਾ, ਉਹ ਖੋਲ੍ਹਣ ਨੂੰ ਤਿਆਰ ਹੈ। ਇਸ ਵਾਸਤੇ ਕਹਿੰਦੇ ਨੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਉਹ ਐਸਾ ਬਖਸ਼ਿੰਦ ਹੈ, ਐਸਾ ਦਿਆਲੂ ਹੈ ਜਿਹਦੇ ਕੋਲ ਕੋਈ ਵੀ ਗੁਣ ਨਾ ਹੋਵੇ ਪਰ ਉਸ ਦਾ ਦੁਆਰ ਖਟਖਟਾ ਦੇ ਗੁਣ ਨਾਲ ਉਸ ਦੀ ਝੋਲੀ ਭਰ ਦਿੰਦਾ ਹੈ। ਔਰ ਇੱਕ ਗੁਣ ਇਤਨਾ ਮਹਾਨ ਹੈ ਲੱਖਾਂ ਰੁਪਏ ਦੇ ਬਦਲੇ ਦੇ ਵਿੱਚ ਵੀ ਬਾਜ਼ਾਰ ਵਿੱਚ ਨਹੀਂ ਮਿਲੇਗਾ। ਸਬਰ, ਸੰਤੋਖ, ਖਿਮਾ, ਸ਼ਿਲਾ, ਸੰਜਮ, ਉਹ ਪ੍ਰਭੂ ਦਾ ਗਿਆਨ, ਆਨੰਦ ਰਸ ਬਾਜ਼ਾਰ ਦੇ ਵਿੱਚ ਸਾਰੀ ਪੂੰਜੀ ਖਰਚ ਕਰੀਏ ਤਾਂ ਵੀ ਨਹੀਂ ਮਿਲੇਗਾ। ਤੇ ਜਿਹੜੇ ਪਹਿਲੇ ਹੀ ਗੁਣਵਾਨ ਨੇ ਉਹਨਾਂ ਦੀ ਝੋਲੀ ਵਿੱਚ ਹੋਰ ਗੁਣ ਪਾ ਦਿੰਦਾ ਹੈ। ਮਨੁੱਖ ਦੀ ਮਹਾਨਤਾ ਗੁਣ ਕਰਕੇ ਹੈ। ਕੋਈ ਮਨੁੱਖ ਨਖਿੱਧ ਹੈ, ਇਸ ਕਿਸ ਤਰ੍ਹਾਂ ਪਹਿਚਾਣ ਹੋਵੇਗੀ? ਉਹਦੇ ਵਿੱਚ ਅਵਗੁਣ ਹੋਵਣਗੇ। ਮਹਾਨ ਦੀ ਪਛਾਣ ਕਿਵੇਂ ਹੋਏਗੀ? ਉਹਦੇ ਕੋਲ ਗੁਣ ਹੋਵਣਗੇ। ਗੁਣ ਸਾਰੇ ਹੀ ਪਰਮਾਤਮਾ ਦੇ ਨੇ। ਜੈਸੇ ਪ੍ਰਿਥਵੀ 'ਤੇ ਜਿਤਨੀ ਵੀ ਰੋਸ਼ਨੀ ਹੈ ਸਾਰੀ ਸੂਰਜ ਦੀ ਹੈ, ਇਸ ਤਰ੍ਹਾਂ ਗੁਣ ਸਾਰੇ ਹੀ ਪਰਮਾਤਮਾ ਦੇ ਨੇ। ਤੇ ਅੱਗੇ ਪਾਤਸ਼ਾਹ ਕਹਿੰਦੇ ਨੇ ਤੇਹਾ ਕੋਈ ਨਾ ਸੂਝਈ ਜੇ ਤਿਸ ਗੁਣ ਕੋਈ ਕਰੇ। ਗੁਰੂ ਨਾਨਕ ਜੀ ਦਾ ਫਰਮਾਨ ਹੈ, ਮੈਂ ਸਮੂਹ ਜਗਤ ਉੱਤੇ ਨਿਗਾਹ ਮਾਰ ਕੇ ਦੇਖ ਲਈ ਹੈ, ਐਸਾ ਦਾਤਾ ਹੋਰ ਕੋਈ ਵੀ ਨਹੀਂ ਕਿ ਨਿਗੁਣਿਆਂ ਨੂੰ ਗੁਣ ਦੇ ਦੇਵੇ ਤੇ ਗੁਣਵਾਨਾਂ ਦੀ ਝੋਲੀ ਹੋਰ ਗੁਣਾਂ ਨਾਲ ਭਰ ਦੇਵੇ, ਆਨੰਦ ਨਾਲ ਭਰ ਦੇਵੇ। ਐਸਾ ਬਖਸ਼ਿੰਦ, ਐਸਾ ਦਿਆਲੂ, ਸਮਗਰ ਵਿਆਪਕ ਪਰਮਾਤਮਾ ਵਰਗਾ ਹੋਰ ਕੋਈ ਵੀ ਨਹੀਂ। ਤੇਹਾ ਕੋਈ ਨਾ ਸੂਝਹੀ ਜੇ ਤਿਸ ਗੁਣ ਕੋਈ ਕਰੇ। ਇਸ ਤਰ੍ਹਾਂ ਦੇ ਗੁਣ ਕੋਈ ਹੋਰ ਦੇ ਸਕੇ ਇਹੋ ਜਿਹਾ ਕੋਈ ਵੀ ਨਹੀਂ ਹੈ। ਪਰਮਾਤਮਾ ਤੋਂ ਇਲਾਵਾ ਕੋਈ ਦਿਖਾਈ ਨਹੀਂ ਦਿੰਦਾ। ਪਰਮਾਤਮਾ ਐਸਾ ਦਾਤਾ ਹੈ ਜੋ ਦਾਤਾਂ ਦੇਈ ਜਾ ਰਿਹਾ ਹੈ। ਉਸ ਨਾਲ ਜੋ ਸੰਬੰਧ ਵਿਛੀਨ ਹੋ ਗਏ ਨੇ, ਟੁੱਟ ਗਏ ਨੇ, ਉਹ ਮਨੁੱਖਾਂ ਦੀ ਬਦਕਿਸਮਤੀ ਹੈ। ਤੇ ਟੁੱਟਦੇ ਕਿਹੜੇ ਨੇ? ਉਹਨਾਂ ਦਾ ਇੱਕੋ ਹੀ ਕਾਰਨ ਹੈ ਕਿ ਜੀਵਨ ਦੀ ਲਾਲਸਾ ਤੇ ਮਰਨ ਦਾ ਭੈ। ਪਰਮਾਤਮਾ ਦੇ ਮਿਲਦਿਆਂ ਹੀ ਜੀਵਨ ਦੀ ਲਾਲਸਾ ਖਤਮ ਹੋ ਜਾਂਦੀ ਹੈ ਤੇ ਮਰਨ ਦਾ ਭੈ ਖਤਮ ਹੋ ਜਾਂਦਾ ਹੈ ਤੇ ਬੰਦਾ ਪਰਮਾਤਮਾ ਨਾਲ ਇੱਕਮਿਕ ਹੋ ਜਾਂਦਾ ਹੈ। ਤੇ ਇਹ ਸੀ ਜੀ 7ਵੀਂ ਜਪਜੀ ਸਾਹਿਬ ਦੀ 7ਵੀਂ ਪੌੜੀ ਦੀ ਵਿਆਖਿਆ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ। ਚੰਗਾ ਨਾਉ ਰਖਾਇ ਕੇ ਜਸ ਕੀ ਰਜ ਜਗਲੇ, ਜੇ ਤਿਸ ਨਦਰ ਨ ਆਵਈ ਤਾਂ ਵਾਤ ਨ ਪੁੱਛੇ ਕੇ। ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਤੇਹਾ ਕੋਈ ਨ ਸੂਝਈ ਜੇ ਤਿਸ ਗੁਣ ਕੋਈ ਕਰੇ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ।